ਵਾਸੂ ਫਿਰ ਕੱਲ੍ਹ ਫਾਈਨਲੀ BC ਦੀ ਵਿਧਾਨ ਸਭਾ ਦਾ ਸੈਸ਼ਨ ਲੱਗਾ, ਨਾਟ ਪਾਰਲੀਮੈਂਟ, ਲੈਜਿਸਲੇਟਿਵ ਅਸੈਂਬਲੀ ਇਜ਼ ਬੈਕ ਇਨ ਸੈਸ਼ਨ। ਅਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਵੋਟਿੰਗ ਕਿਵੇਂ ਹੋਏਗੀ। ਉਹ ਕਹਿੰਦੇ ਵੋਟਿੰਗ ਜਿਹੜੇ ਜ਼ੂਮ 'ਤੇ ਬੈਠੇ ਸੀ, ਜਿਹੜੇ ਆਪੋ ਆਪਣੇ ਆਫਿਸ 'ਚੋਂ ਜਾਂ ਘਰ ਤੋਂ, ਜਿਨ੍ਹਾਂ ਨੇ ਹੂ ਬੀਮਡ ਇਨ ਟੂ ਦ ਸੈਸ਼ਨ, ਉਹਨਾਂ ਨੇ ਇੱਕ ਕਹਿੰਦੇ ਕਾਰਡ ਫੜਿਆ ਸੀ ਅਤੇ ਕਾਰਡ ਦੇ ਨਾਲ ਉਹ ਕਾਰਡ ਨੂੰ ਉੱਪਰ ਨੂੰ ਹੋਲਡ ਕਰਕੇ ਉਸ ਹਿਸਾਬ ਨਾਲ ਵੋਟਿੰਗ ਕਰ ਲੈਂਦੇ ਸੀ। ਪਰ ਚਲੋ ਇਹ ਤਾਂ ਖੈਰ ਹੁਣ ਜੋ ਹਾਈਬ੍ਰਿਡ ਢੰਗ ਦੇ ਨਾਲ ਲੈਜਿਸਲੇਟਿਵ ਅਸੈਂਬਲੀ ਨੂੰ ਚਲਾਉਣ ਦਾ ਸਿਸਟਮ ਹੈ, ਮੈਂ ਕਿਹਾ ਇਹਦੇ ਹੌਲੀ ਹੌਲੀ ਯੂਜ਼ ਟੂ ਸਾਰੇ ਹੋ ਜਾਣਗੇ ਜਾਂ ਹੋ ਹੀ ਚੁੱਕੇ ਨੇ। ਪਰ ਮੇਨ ਗੱਲ ਹੈ ਕਿ ਉੱਥੇ ਕੱਲ੍ਹ ਡਿਸਕਸ਼ਨਸ ਕੀ ਕੁਝ ਹੋਈਆਂ। ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਆਮੋ ਸਾਹਮਣੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੈਠ ਕੇ ਸਰਕਾਰ ਦੀ ਜਵਾਬ ਤਲਬੀ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਮੌਕਾ ਛੱਡਿਆ ਨਹੀਂ, ਉਹਦਾ ਭਰਪੂਰ ਫਾਇਦਾ ਉਠਾਇਆ। ਬਿਲਕੁਲ ਵਿਜੇ, ਜ਼ਿਆਦਾਤਰ ਜਿਹੜੀ ਡਿਸਕਸ਼ਨ ਹੋਈ ਉਹ ਇਸ ਗੱਲ 'ਤੇ ਕੇਂਦਰਿਤ ਰਹੀ ਕਿ ਜਿਹੜੇ $1.5 ਬਿਲੀਅਨ ਨੇ ਜਿਹੜੇ ਖਰਚ ਕਰਨੇ ਨੇ ਰਿਕਵਰੀ ਦੇ ਲਈ, ਕੋਵਿਡ-19 ਦੀ ਰਿਕਵਰੀ ਲਈ, ਉਹ ਕਿਵੇਂ ਖਰਚ ਕਰਨੇ ਨੇ ਅਤੇ ਕਦੋਂ ਖਰਚ ਕਰਨੇ ਨੇ। ਸਰਕਾਰ ਨੇ, ਕਿਉਂਕਿ ਅਸੀਂ ਕੱਲ੍ਹ ਗੱਲ ਕਰ ਰਹੇ ਸੀ ਕਿ 6 ਹਫ਼ਤਿਆਂ ਦੀ ਕੰਸਲਟੇਸ਼ਨ ਸ਼ੁਰੂ ਕੀਤੀ ਹੈ ਅਤੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ, ਸੁਝਾਅ ਦਿਓ ਕਿ ਜਿਹੜੇ $1.5 ਬਿਲੀਅਨ ਬਚੇ ਨੇ ਉਹਨਾਂ ਨੂੰ ਕਿਵੇਂ ਖਰਚ ਕੀਤਾ ਜਾਏ। ਅਤੇ ਉੱਧਰੋਂ ਓਪੋਜੀਸ਼ਨ ਨੇ ਕਿਹਾ, ਕਹਿੰਦੇ ਆਲਰੇਡੀ ਤੁਹਾਨੂੰ ਕਿੰਨੇ ਤਾਂ ਸੁਜੈਸ਼ਨਸ ਦੇ ਚੁੱਕੇ ਆ, ਕਹਿੰਦੇ ਵੀ ਆਲਮੋਸਟ 60 ਤੋਂ ਵੀ ਵੱਧ ਆਈਡੀਆਜ਼ ਨੇ ਜਿਹੜੇ ਕਿ ਸਰਕਾਰ ਨਾਲ ਸਾਂਝੇ ਕੀਤੇ ਜਾ ਚੁੱਕੇ ਨੇ ਵਕਤ ਦਰ ਵਕਤ, ਤੁਸੀਂ ਉਹਨਾਂ 'ਤੇ ਅਮਲ ਹੀ ਨਹੀਂ ਕੀਤਾ। 7 ਚਿੱਠੀਆਂ ਲਿਖੀਆਂ ਅਜੇ ਤੱਕ ਅਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਸੁਝਾਅ ਦਿੱਤਾ ਗਿਆ ਓਪੋਜੀਸ਼ਨ ਵੱਲੋਂ ਸਰਕਾਰ ਨੂੰ। ਉਹਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਕਿ ਜਿਹੜਾ PST ਹੈ, ਪ੍ਰੋਵਿੰਸ਼ੀਅਲ ਸੇਲਸ ਟੈਕਸ, ਉਹਨੂੰ ਕੁਝ ਹਫ਼ਤਿਆਂ ਲਈ, 3 ਮਹੀਨਿਆਂ ਲਈ ਮੇਰਾ ਖਿਆਲ, ਉਹਨੂੰ ਰੱਦ ਕਰ ਦਿਓ। ਸੋ ਬਹੁਤ ਵੱਖਰੇ ਹੁਣੇ ਦੇ ਸੁਝਾਅ ਦਿੱਤੇ ਗਏ ਨੇ, ਸਾਰੇ ਤਾਂ ਨਹੀਂ ਮੰਨੇ ਜਾ ਸਕਦੇ, ਪਰ ਓਪੋਜੀਸ਼ਨ ਦਾ ਹੁਣ ਮੇਨ ਇਹ ਕਹਿਣਾ ਹੈ ਕਿ ਲੋਕਾਂ ਨੂੰ ਜਿਹੜੀ ਰਾਹਤ ਦੀ ਲੋੜ ਤੁਰੰਤ ਹੈ, ਹੁਣੇ ਚਾਹੀਦੇ ਨੇ ਪੈਸੇ, ਹੁਣੇ ਮਦਦ ਚਾਹੀਦੀ ਹੈ। ਤੁਸੀਂ 6 ਹਫ਼ਤਿਆਂ ਤੱਕ ਕੰਸਲਟੇਸ਼ਨ ਹੀ ਕਰੀ ਜਾਓਗੇ। ਉਹਦੇ ਜਵਾਬ ਦੇ ਵਿੱਚ ਕੁਐਸਚਨ ਪੀਰੀਅਡ ਦੇ ਦੌਰਾਨ ਪ੍ਰੀਮੀਅਰ ਨੇ ਇਹ ਕਿਹਾ, ਜੌਨ ਹਾਰਗਨ ਨੇ, ਕਹਿੰਦੇ ਕਿ ਕੰਸਲਟੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਝ ਕਰ ਹੀ ਨਹੀਂ ਰਹੇ। ਕਹਿੰਦੇ ਮਈ ਦੇ ਮੱਧ ਤੋਂ ਕਹਿੰਦੇ ਅਸੀਂ ਸ਼ੁਰੂ ਹੋ ਗਏ ਸੀ ਲੋਕਾਂ ਨੂੰ ਰਿਲੀਫ ਦੇਣਾ ਅਤੇ ਇਕੋਨਮੀ ਨੂੰ ਰੀਓਪਨ ਕਰਨਾ। ਉਹ ਕਹਿੰਦੇ ਜਿਹੜੇ ਸਾਰੇ ਪਾਲਿਸੀਜ਼ ਅਤੇ ਜਿਹੜੇ ਸਾਰੇ ਕਾਰਜ ਨੇ ਉਹ ਚੱਲਦੇ ਰਹਿਣਗੇ। ਉਹਦੇ ਨਾਲ ਕਹਿੰਦੇ ਅਸੀਂ ਕੰਸਲਟੇਸ਼ਨਸ ਕਰ ਰਹੇ ਹਾਂ, ਲੋਕਾਂ ਦੇ ਸੁਝਾਅ ਲੈਣੇ ਵੀ ਜ਼ਰੂਰੀ ਨੇ। ਜੀ, ਸੋ ਇੱਕ ਤਾਂ ਇਹ ਗੱਲ ਹੋਈ। ਬਾਕੀ ਜਿਹੜੀ ਹੋਰ ਗੱਲ ਚੱਲੀ, ਜਿਹੜਾ ਇੱਕ ਹੋਰ ਜਿਹੜਾ ਇੰਪਲੋਇਮੈਂਟ ਸਟੈਂਡਰਡਸ ਐਕਟ ਹੈ, ਉਹਦੇ ਵਿੱਚ ਮਈ ਦੇ ਪਹਿਲੇ ਹਫ਼ਤੇ ਸਰਕਾਰ ਨੇ ਕੁਝ ਤਬਦੀਲੀਆਂ ਕੀਤੀਆਂ ਸੀ। ਉਹਦੇ ਵਿੱਚ ਪਹਿਲਾਂ ਕੀ ਸੀ ਕਿ ਦੇਖੋ, ਜਿਹੜਾ ਕੋਈ ਵਿਅਕਤੀ 20 ਹਫ਼ਤਿਆਂ ਦੇ ਸਮੇਂ ਦੌਰਾਨ ਜੇ ਕੋਈ 13 ਹਫ਼ਤੇ ਲਈ ਲੇ ਆਫ ਹੋ ਜਾਂਦਾ ਸੀ ਤਾਂ ਉਹਨੂੰ ਮੰਨਿਆ ਜਾਂਦਾ ਸੀ ਵੀ ਪਰਮਾਨੈਂਟ ਤੌਰ 'ਤੇ ਇਸ ਵਿਅਕਤੀ ਦੀ ਨੌਕਰੀ ਜਾਂਦੀ ਲੱਗੀ ਆ। ਤਾਂ ਫਿਰ ਇੰਪਲੋਇਰ ਉਹਨਾਂ ਨੂੰ ਲੇ ਆਫ ਕਰਨ ਦੀ ਬਜਾਏ ਉਹਨਾਂ ਨੂੰ ਟਰਮੀਨੇਟ ਕਰਨਾ ਪੈਂਦਾ ਸੀ ਲਿਖਤ ਰੂਪ ਦੇ ਵਿੱਚ। ਅਤੇ ਜਿੱਥੇ ਕਿਤੇ ਇਹ ਗੱਲ ਐਪਲੀਕੇਬਲ ਹੁੰਦੀ ਸੀ, ਉੱਥੇ ਉਹਨਾਂ ਇੰਪਲੋਈਜ਼ ਨੂੰ ਸੈਵਰੈਂਸ ਪੇ ਵੀ ਦੇਣੀ ਪੈਂਦੀ ਸੀ। ਪਹਿਲਾਂ ਸੀਗਾ 20 ਹਫ਼ਤਿਆਂ ਦੇ ਵਿੱਚ ਜੇ 13 ਹਫ਼ਤੇ ਲੇ ਆਫ ਹੋਏ, ਫਿਰ ਉਦੋਂ ਜਦੋਂ ਇੰਪਲੋਇਮੈਂਟ ਸਟੈਂਡਰਡਸ ਐਕਟ ਦੇ ਵਿੱਚ ਤਬਦੀਲੀ ਕੀਤੀ ਗਈ ਸੀ, 13 ਹਫ਼ਤੇ ਤੋਂ ਵਧਾ ਕੇ ਇਹਨੂੰ 16 ਹਫ਼ਤੇ ਕਰ ਦਿੱਤਾ ਗਿਆ ਸੀ। 16 ਕਿਉਂ ਕੀਤਾ ਗਿਆ ਸੀ? ਕਿਉਂਕਿ CERB 16 ਹਫ਼ਤਿਆਂ ਦੀ ਸੀ। ਸੋ ਇਹ ਸੀ ਕਿ ਜੇ ਕੋਈ ਵਿਅਕਤੀ 16 ਹਫ਼ਤੇ CERB ਲੈਂਦਾ ਅਤੇ ਐਟਲੀਸਟ ਇਹ ਨਾ ਹੋਵੇ ਕਿ ਉਹ 13 ਹਫ਼ਤੇ ਵਾਲਾ ਥ੍ਰੈਸ਼ਹੋਲਡ ਪਾਰ ਕਰ ਗਏ ਅਤੇ ਉਹ ਪਰਮਾਨੈਂਟ ਟਰਮੀਨੇਸ਼ਨ ਹੋ ਗਈ। ਫਿਰ ਹੁਣ ਗੱਲ ਇਹ ਚੱਲੀ ਵੀ ਹੁਣ CERB 'ਤੇ ਐਕਸਟੈਂਡ ਹੋ ਗਈ ਆ, ਅਤੇ ਅਦਰਵਾਈਜ਼ ਹਲੇ ਵੀ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਕੰਮ 'ਤੇ ਵਾਪਸ ਨਹੀਂ ਜਾ ਸਕਦੇ, ਅਤੇ ਇਹ ਜਿਹੜਾ ਟਾਈਮ ਪੀਰੀਅਡ ਹੈ ਇਹਨੂੰ 16 ਹਫ਼ਤੇ ਤੋਂ ਵੀ ਹੋਰ ਫਰਦਰ ਐਕਸਟੈਂਡ ਕਰ ਦਿੱਤਾ ਜਾਵੇ, ਅਗਸਤ ਦੇ ਅੰਤ ਤੱਕ। ਅਤੇ ਉਹ ਕਹਿੰਦੇ ਕਿ ਇਹਦਾ ਲੌਜਿਕ ਕੀ ਹੈ ਕਿ ਬਿਜ਼ਨਸਿਸ ਨੂੰ ਆਪਣੇ ਐਮਪਲੋਈਜ਼ ਨੂੰ ਪਰਮਾਨੈਂਟਲੀ ਲੇ ਆਫ ਕਰਨ 'ਤੇ ਮਜਬੂਰ ਨਾ ਹੋਣਾ ਪਵੇ। ਕਹਿੰਦੇ ਟੈਂਪਰਰੀ ਲੇ ਆਫ ਕਰ ਦਿਓ। ਉਹਦੇ ਨਾਲ 2 ਫਾਇਦੇ ਨੇ, ਇੱਕ ਤਾਂ ਜਿਹੜੀ ਜੋਬ ਹੈ ਉਹ ਬਚੀ ਰਹੇਗੀ, ਦੂਸਰਾ ਇਹ ਕਿ ਸੈਵਰੈਂਸ ਪੇ ਨਹੀਂ ਦੇਣੀ ਪਏਗੀ। ਅਤੇ ਜੇ ਸੈਵਰੈਂਸ ਪੇ ਦੇਣੀ ਪੈਂਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਹਦੇ ਨਾਲ ਬਹੁਤ ਸਾਰੇ ਬਿਜ਼ਨਸਿਸ ਨੂੰ ਖਤਰਾ ਹੈ ਕਿ ਬੈਂਕਰਪਸੀ ਘੋਸ਼ਿਤ ਕਰਨੀ ਪੈ ਸਕਦੀ ਹੈ। ਬਸ ਉਹ ਸਿਚੁਏਸ਼ਨ ਇਹ ਹੈ ਨਾ ਕਿ ਜਾਂ ਤਾਂ ਹੋਵੇ ਕਿ ਇੱਕ ਅੱਧਾ ਮੁਲਾਜ਼ਮ ਲੇਡ ਆਫ ਹੈ, ਹਲੇ ਕਈ ਕੰਪਨੀਜ਼ ਹਲੇ ਵੀ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਵਰਕਫੋਰਸ, ਲੈਟਸ ਸੇ ਜਿਹੜੇ ਸਮਾਲ ਬਿਜ਼ਨਸਿਸ ਨੇ, ਜਿਨ੍ਹਾਂ ਦੇ ਲੈਟਸ ਸੇ 6 ਜਾਂ 7 ਇੰਪਲੋਈਜ਼ ਨੇ, ਉਹਨਾਂ 'ਚੋਂ 6 ਜਾਣੇ ਜਾਂ 5 ਜਾਣੇ ਜਾਂ 4 ਜਾਣੇ ਇਸ ਵੇਲੇ ਲੇ ਆਫ ਨੇ। ਅਤੇ ਜੇ ਉਹਨਾਂ ਨੂੰ ਪਰਮਾਨੈਂਟਲੀ ਟਰਮੀਨੇਟ ਕਰਨਾ ਪੈ ਜਾਂਦਾ, ਅਤੇ ਜੇ ਉਸ ਇੰਪਲੋਇਰ ਦੇ ਉੱਪਰ ਆ ਸੈਵਰੈਂਸ ਪੇ ਵਾਲੀ ਸਿਚੁਏਸ਼ਨ ਵੀ ਲਾਗੂ ਹੁੰਦੀ ਆ, ਤਾਂ ਉਹਨਾਂ ਵਾਸਤੇ ਜਿਹੜੇ ਓਪਰੇਸ਼ਨਲ ਕੈਪੀਟਲ ਦਾ ਤਾਂ ਆਲਰੇਡੀ ਕਿੱਲਤ ਹੈ, ਅਤੇ ਉਹਨਾਂ ਨੂੰ ਜੇ ਸੈਵਰੈਂਸ ਪੇ ਦੇਣੀ ਪੈ ਗਈ ਤਾਂ ਉਹਨਾਂ ਵਾਸਤੇ ਤਾਂ ਫਿਰ ਬੈਂਕਰਪਸੀ ਦੀ ਕਗਾਰ 'ਤੇ ਆ ਜਾਣਗੇ, ਜਿਵੇਂ ਤੁਸੀਂ ਕਿਹਾ। ਅਤੇ ਵਿਜੇ, ਇਹਦੇ ਜਵਾਬ ਦੇ ਵਿੱਚ ਜੌਨ ਹਾਰਗਨ ਨੇ ਕਿਹਾ, ਕਹਿੰਦੇ ਕਿ ਅਸੀਂ ਜਿਹੜੀਆਂ ਬਿਜ਼ਨਸ ਲੀਡਰਸ ਹੈਗੇ ਉਹਨਾਂ ਨਾਲ ਬੈਠ ਕੇ ਗੱਲਬਾਤ ਜ਼ਰੂਰ ਕਰਾਂਗੇ, ਪਰ ਕਹਿੰਦੇ ਜੇਕਰ ਕੋਈ ਵੀ ਅਜਿਹਾ ਸਵਾਲ ਉੱਠਦਾ ਕਿ ਵਰਕਰਸ ਨੂੰ ਬਣਦਾ ਹੋਇਆ ਮੁਆਵਜ਼ਾ ਨਾ ਮਿਲੇ, ਕਹਿੰਦੇ ਉਹਦੇ 'ਤੇ ਕਹਿੰਦੇ ਕੋਈ ਨੈਗੋਸੀਏਸ਼ਨ ਨਹੀਂ ਹੋਣੀ। ਅਤੇ ਲੇਬਰ ਮਿਨਿਸਟਰ ਹੈਰੀ ਬੈਂਸ ਨੇ ਕਿਹਾ, ਕਹਿੰਦੇ ਕਿ ਜਿਹੜਾ ਐਮਪਲੋਇਮੈਂਟ ਸਟੈਂਡਰਡਸ ਬ੍ਰਾਂਚ ਜਿਸ ਤਰ੍ਹਾਂ ਕਾਰਗੁਜ਼ਾਰੀ ਉਹਦੀ ਹੈ, ਜਿਹਦੇ ਤਹਿਤ ਜਦੋਂ ਕੋਈ ਟੈਂਪਰਰੀ ਲੇ ਆਫ ਕਰਨਾ ਹੋਵੇ ਤਾਂ ਐਮਪਲੋਇਰ ਅਤੇ ਐਮਪਲੋਈ
ਇਕੱਠੇ ਕਹਿੰਦੇ ਉੱਥੇ ਇਸ ਬ੍ਰਾਂਚ ਦੇ ਵਿੱਚ ਆ ਸਕਦੇ ਨੇ ਤੇ ਆਪਣੀ ਅਰਜ਼ੀ ਲਗਾ ਸਕਦੇ ਨੇ। ਕਹਿੰਦੇ ਉਹ ਜਿਹੜੀ ਪ੍ਰਣਾਲੀ ਹੈ ਉਹ ਸਹੀ ਤਰ੍ਹਾਂ ਚੱਲ ਰਹੀ ਹੈ। ਪਰ BC ਚੈਂਬਰ ਆਫ ਕਮਰਸ ਦਾ ਇਹ ਕਹਿਣਾ ਹੈ, ਕਹਿੰਦੇ ਕਿ 3000 ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ, ਬੈਕਲੌਗ ਹੈ, ਪੈਂਡਿੰਗ ਪਈਆਂ ਨੇ ਐਪਲੀਕੇਸ਼ਨਸ, ਤੇ ਜਿਹੜਾ ਸਿਸਟਮ ਹੈ ਸਹੀ ਤਰ੍ਹਾਂ ਚੱਲ ਨਹੀਂ ਰਿਹਾ। ਸੋ ਇਹਨੂੰ ਸਪੀਡ ਅਪ ਕਰਨ ਦੀ ਲੋੜ ਹੈ। ਅੱਛਾ ਵਾਸੂ, ਜਿੱਥੇ ਆਹ ਗੱਲ ਹੋਈ ਤੇ ਨਾਲ ਹੀ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੋਈ ਆ ਕਿ ਜਦੋਂ ਅਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਰੀਨਿਊ ਕਰਵਾਉਂਦੇ ਆ, ਜਿਹੜੇ ਉਹਦੇ ਡੈਕਲਸ ਹੁੰਦੇ ਨੇ ਉਹ ਸਟਿੱਕਰ ਲਾਉਣਾ ਪੈਂਦਾ, ਰਾਈਟ? ਤੇ ਜੇ ਉਹ ਸਟਿੱਕਰ ਨਾ ਲੱਗਾ ਹੋਵੇ, ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਇੰਸ਼ੋਰੈਂਸ ਐਕਸਪਾਇਰ ਹੋ ਗਈ ਆ। ਕਈ ਬੰਦਿਆਂ ਨੂੰ ਤੇ ਪੁਲਿਸ ਨੇ ਰੋਕਿਆ ਵੀ ਉਹ ਸਟਿੱਕਰ ਵੇਖ ਕੇ ਵੀ ਆਹ ਤੁਹਾਡੀ ਡੇਟ ਕੁਝ ਹੋਰ ਆ ਤੇ ਡੇਟ ਤੇ ਲੰਘ ਗਈ ਆ, 4 ਦਿਨ ਹੋ ਗਏ, 5 ਦਿਨ ਹੋ ਗਏ। ਤੇ ਹੁਣ ਗੱਲ ਹੋ ਰਹੀ ਆ ਕਿ ਜਿਹੜੇ ਉਹ ਡੈਕਲਸ ਨੇ ਉਹ ਅਸੀਂ ਕਿਸ ਹਿਸਾਬ ਨਾਲ ਇਸਤੇਮਾਲ ਕਰਦੇ ਹਾਂ ਆਪਣੀ ਆਟੋ ਇੰਸ਼ੋਰੈਂਸ ਰੀਨਿਊਅਲ ਦੇ ਵਿੱਚ, ਉਹਨੂੰ ਰੀਵਿਜ਼ਿਟ ਕੀਤਾ ਜਾਵੇ। ਬਿਲਕੁਲ। ਇਹ ਜਿਹੜੇ ਵਿੱਚ ਡੈਕਲਸ ਆਪਾਂ ਲਗਾਉਂਦੇ ਹਾਂ, ਇਹਨਾਂ ਦੀ ਮੈਕਸੀਮਮ ਜਿਹੜੀ ਵੈਲਿਡਿਟੀ ਆ ਉਹ 1 ਸਾਲ ਦੀ ਆ। ਤੇ ਜਦੋਂ ਉਹਨਾਂ ਨੂੰ ਰੀਨਿਊ ਕਰਨਾ ਪੈਂਦਾ ਤੇ ਫਿਰ ਇਨ ਪਰਸਨ ਜਾ ਕੇ ਉਹ ਡੈਕਲ ਚੱਕ ਕੇ ਲਿਆਉਣਾ ਪੈਂਦਾ। ਤੇ ਜਦੋਂ ਹੁਣ COVID-19 ਦੇ ਕਰਕੇ ਆਨਲਾਈਨ ਰੀਨਿਊਅਲ ਸ਼ੁਰੂ ਹੋ ਗਏ ਸੀ, ਪਰ ਡੈਕਲ ਅਜੇ ਵੀ ਉੱਥੇ ਜਾ ਕੇ ਪਿਕ ਕਰਨਾ ਪੈਂਦਾ ਸੀ। ਤੇ ਉਦੋਂ ਇਹ ਜਿਹੜੀ ਦਿੱਕਤ ਸਾਹਮਣੇ ਆਈ ਤੇ ਉਹਨੂੰ ਬੇਸਿਸ ਬਣਾ ਕੇ, ਦੇਖੋ ਸ਼ੁਰੂ ਤੋਂ ਹੀ ਪ੍ਰੋਵਿੰਸ ਦੀ ਇਹ ਕੋਸ਼ਿਸ਼ ਹੈ, ਖਾਸ ਕਰਕੇ ਡੇਵਿਡ ਈਬੀ ਦੀ, ਕਿ ਸਾਰਾ ਜਿਹੜਾ ਸਿਸਟਮ ਹੈ ਇਹਨੂੰ ਆਨਲਾਈਨ ਕੀਤਾ ਜਾਵੇ। ਪਰ ਇਹਨੂੰ ਇੱਕਦਮ ਆਨਲਾਈਨ ਕਰ ਦੇਣਾ ਸੌਖਾ ਹੈ ਨਹੀਂ। ਸੋ ਇਸ ਗੱਲ ਨੂੰ ਬੇਸਿਸ ਬਣਾ ਕੇ ਇੱਕ ਆਨਲਾਈਨ ਵੱਲ ਇਸ ਪੂਰੇ ਸਿਸਟਮ ਨੂੰ ਲਿਜਾਣ ਦਾ ਇੱਕ ਇਹ ਤਰੀਕਾ ਹੈ। ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਡੈਕਲਸ ਨੇ ਉਹਨਾਂ ਦੀ ਵੈਲਿਡਿਟੀ ਨੂੰ ਜਾਂ ਤਾਂ 1 ਸਾਲ ਤੋਂ ਵਧਾ ਦਿਓ, ਇਨਡੈਫੀਨਿਟ ਕਰ ਦਿਓ ਉਹਦੀ ਵੈਲਿਡਿਟੀ, ਰਾਈਟ, ਤੇ ਜਾਂ ਫਿਰ ਡੈਕਲਸ ਬਿਲਕੁਲ ਹਟਾਈ ਦਿਓ। ਪਰ ਹੁਣ ਉਹਦੀ ਸਟੱਡੀ ਕਰਨੀ ਪੈਣੀ ਹੈ, ਕਿਉਂਕਿ ਹਲੇ ਜਿਵੇਂ ਤੁਹਾਨੂੰ ਸਭ ਤੋਂ ਵੱਡਾ ਇੱਕ ਵਿਜ਼ੂਅਲ ਇੱਕ ਕਿਊ ਕੀ ਆ ਕਿ ਦੇਖਦੇ ਸਾਰ ਹੀ ਕਿਸੇ ਲਾਅ ਇਨਫੋਰਸਮੈਂਟ ਵਾਲੇ ਨੂੰ ਜੇ ਪਤਾ ਲੱਗ ਜਾਵੇ ਕਿ ਇਹ ਗੱਡੀ ਦੀ ਇੰਸ਼ੋਰੈਂਸ ਵੈਲਿਡ ਹੈ ਜਾਂ ਨਹੀਂ, ਵਿਜ਼ੂਅਲ ਕਿਊ ਉਹ ਸਟਿੱਕਰ ਹੀ ਹੈਗੇ ਨੇ ਜਿਹਦੇ ਵਿੱਚ ਉਹ ਡੇਟ ਤੇ ਈਅਰ ਲਿਖਿਆ ਹੁੰਦਾ। ਤੇ ਜੇ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ, ਜਾਂ ਫਿਰ ਕੀ ਇਹ ਹੋਇਆ ਕਿ ਤੁਸੀਂ ਇੱਕ ਸਮੇਂ 1 ਸਾਲ ਵਾਸਤੇ ਇੰਸ਼ੋਰੈਂਸ ਰੀਨਿਊ ਨਾ ਕਰਵਾਓ, ਤੁਸੀਂ ਉਹਨੂੰ 2 ਸਾਲ ਦਾ ਪਲਾਨ ਰੀਨਿਊ ਕਰਵਾ ਲਓ। ਸੋ ਉਹਦੀ ਹਲੇ ਸਟੱਡੀ ਕੀਤੀ ਜਾਣੀ ਆ। ਤੇ ਨਾਲ ਦੀ ਨਾਲ ਹੁਣ ਗੱਲ ਇਹ ਵੀ ਚੱਲਦੀ ਪਈ ਹੈ ਕਿ ਜਿਹੜਾ ਇੰਸ਼ੋਰੈਂਸ ਦਾ ਰੀਨਿਊਅਲ ਦਾ ਸਿਸਟਮ ਹੈ ਉਹ ਸਾਰਾ ਦਾ ਸਾਰਾ ਜੇ ਆਨਲਾਈਨ ਹੀ ਲੈ ਆਂਦਾ ਜਾਵੇ, ਕਿ ਜਿਹੜੇ ਹੋਰ ਬਹੁਤ ਕੁਝ ਆਨਲਾਈਨ ਬੰਦਾ ਕਰ ਸਕਦਾ, ਤੇ ਜੇ ਇਹ ਕੁਝ ਵੀ ਆਨਲਾਈਨ ਹੋ ਸਕੇ, ਜੇ ਆਈ ਥਿੰਕ ਇੱਕ ਬਹੁਤ ਸਿੰਪਲ ਤਰੀਕਾ ਵਾਸੂ ਕੀ ਰਹਿਣਾ, ਹਲੇ ਜਿਹੜੀ ICBC ਦੀ ਅਸੀਂ ਗੱਡੀਆਂ ਦੀ ਇੰਸ਼ੋਰੈਂਸ ਰੀਨਿਊ ਕਰਵਾਉਂਦੇ ਆ, ਉਹਦਾ ਕੀ ਹੈ ਕਿ ਜਿਹੜੇ ਇੰਸ਼ੋਰੈਂਸ ਬ੍ਰੋਕਰਸ ਨੇ ਉਹਨਾਂ ਨੂੰ ਕਈ $billion ਸਰਕਾਰ ਵੱਲੋਂ ਐਜ਼ ਕਮਿਸ਼ਨ ਪੇ ਕੀਤੇ ਜਾਂਦੇ ਨੇ। ਪਰ ਜੇ ਆਨਲਾਈਨ ਰੀਨਿਊਅਲ ਹੋ ਜਾਵੇ ਤੇ ਜੇ ਡਾਕ ਰਾਹੀਂ ਸਟਿੱਕਰ ਭੇਜ ਦਿੱਤੇ ਜਾਣ ਤਾਂ ਖਰਚਾ ਉਹਨਾਂ ਨਹੀਂ ਆਉਣਾ, ਉਹਦੇ ਨੇੜੇ ਤੇੜੇ ਨਹੀਂ ਆਉਣਾ। ਬਟ ਦੈਨ ਦੀ ਅਦਰ ਸਾਈਡ, ਦਾ ਫਲਿਪ ਸਾਈਡ ਇਜ਼ ਕਿ ਉਹ ਜਿਹੜੇ ਪੈਸੇ ਜੇ ਬ੍ਰੋਕਰਸ ਨੂੰ ਦਿੱਤੇ ਜਾਂਦੇ ਨੇ ਤਾਂ ਉਹ ਲੋਕਲ ਕਮਿਊਨਿਟੀ ਮੈਂਬਰਸ ਨੇ, ਉਹਦੇ ਨਾਲ ਲੋਕਲ ਕਮਿਊਨਿਟੀ ਦੇ ਵਿੱਚ, ਲੋਕਲ ਫੈਮਿਲੀਜ਼ ਦੇ ਵਿੱਚ ਇੱਕ ਰੈਵਨਿਊ ਜਨਰੇਟ ਹੁੰਦਾ, ਉਹਨਾਂ ਦੀ ਲਾਈਵਲੀਹੁੱਡ ਆ ਉਹ। ਬਿਲਕੁਲ ਵਿਜੇ, ਪਿਛਲੇ ਸਾਲ $490 ਮਿਲੀਅਨ ਐਜ਼ ਬ੍ਰੋਕਰੇਜ ਦਿੱਤੇ ਗਏ ਬ੍ਰੋਕਰਸ ਨੂੰ, ਆਲਮੋਸਟ half a billion। ਤੇ ਜੇਕਰ ਸਾਰਾ ਕੁਝ ਹੀ ਆਨਲਾਈਨ ਹੋ ਗਿਆ ਤੇ ਫਿਰ ਬ੍ਰੋਕਰਸ ਦਾ ਕੀ ਹੋਏਗਾ? ਬ੍ਰੋਕਰਸ ਦਾ ਕੀ ਹੋਣਾ? ਦੂਜੀ ਗੱਲ ਇਹ ਆ ਵਾਸੂ, ਜਿਹੜਾ ਇਹਦਾ ਇੱਕ ਹੋਰ ਕਾਊਂਟਰ ਨੈਰੇਟਿਵ ਚੱਲਦਾ ਨਾ, ਕਹਿੰਦੇ ਵੀ ਜਦੋਂ ਊਬਰ ਤੇ ਲਿਫਟ ਨੇ ਆਉਣਾ ਸੀ, ਰਾਈਡ ਹੇਲਿੰਗ ਦੀ ਗੱਲ ਚੱਲਦੀ ਸੀ, ਤਾਂ ਉਦੋਂ ਜਿਹੜੀ ਇਹ ਨੁਕੇਲ ਸੀ ਇਹ ਟੈਕਸੀ ਇੰਡਸਟਰੀ ਦੇ ਉੱਪਰ ਡਿੱਗ ਰਹੀ ਸੀ, ਇਹ ਤਲਵਾਰ ਲਮਕੀ ਹੋਈ ਸੀ। ਉਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਜਦੋਂ Airbnb ਵਰਗੀਆਂ ਚੀਜ਼ਾਂ ਆਈਆਂ ਤਾਂ ਉਹਨਾਂ ਨੇ ਹੋਟਲ ਇੰਡਸਟਰੀ ਨੂੰ ਪ੍ਰਭਾਵਿਤ ਕੀਤਾ। ਹੁਣ ਤੇ ਕੋਵਿਡ ਨੇ ਖੈਰ ਬਿਲਕੁਲ ਹੀ ਮਲੀਆਮੇਟ ਕਰ ਦਿੱਤਾ, ਉਹ ਡਿਫਰੈਂਟ ਸਿਚੁਏਸ਼ਨ ਆ। ਉਸ ਤੋਂ ਪਹਿਲਾਂ ਜਦੋਂ ਆ ਸਟਰੀਮਿੰਗ ਸਰਵਿਸਿਜ਼ ਆਈਆਂ ਤੇ ਜਿਹੜੇ ਮੂਵੀ ਰੈਂਟਲ ਸੀ ਉਹਨਾਂ ਦੇ ਉੱਪਰ ਕਿੰਨਾ ਪ੍ਰਭਾਵ ਪਿਆ। ਸੋ ਸਮੇਂ ਸਿਰ ਟੈਕਨੋਲੋਜੀ ਤੇ ਲੋਕਾਂ ਦਾ ਟੈਕਨੋਲੋਜੀ ਨੂੰ ਇਸਤੇਮਾਲ ਕਰਨ ਪ੍ਰਤੀ ਜਿਹੜਾ ਰੁਝਾਨ ਹੈ ਉਹਦੇ ਵਿੱਚ ਹੋ ਰਿਹਾ ਵਾਧਾ, ਉਸਨੇ ਬਹੁਤ ਸਾਰੀ ਇੰਡਸਟਰੀਜ਼ ਨੂੰ ਡਿਸਰਪਟ ਕੀਤਾ। ਤੇ ਕੀ ਹੁਣ ਇਹ ਜਿਹੜੇ ਆਟੋ ਇੰਸ਼ੋਰੈਂਸ ਬ੍ਰੋਕਰੇਜ ਹੈ, ਕੀ ਇਹ ਨੈਕਸਟ ਹੋ ਸਕਦੀ ਹੈ ਇਹਦੇ ਨਾਲ? $490 ਮਿਲੀਅਨ ਤੁਸੀਂ ਆਪ ਸੋਚੋ ਵਾਸੂ, ਜਿਹੜਾ ਤੁਸੀਂ ਅੰਕੜਾ ਦੱਸਿਆ, ਜੇ ਇਹ ਸਰਕਾਰ ਵੱਲੋਂ ਪੈਸੇ ਦਿੱਤੇ ਗਏ, ਇਹ ਕਿਸੇ ਫੋਰਨ ਕਾਰਪੋਰੇਸ਼ਨ ਨੂੰ ਤੇ ਦਿੱਤੇ ਨਹੀਂ ਗਏ, ਇਹ ਉਹਨਾਂ ਬ੍ਰੋਕਰਸ ਨੂੰ ਦਿੱਤੇ ਗਏ ਨੇ ਜਿਹੜੇ ਇੱਥੇ BC ਦੇ ਵਿੱਚ ਹੀ ਰਹਿੰਦੇ ਨੇ, BC ਦੀ ਕਮਿਊਨਿਟੀ ਦੇ ਵਿੱਚ ਹੀ ਪੈਸੇ ਸਪੈਂਡ ਕਰਦੇ ਨੇ। ਸੋ ਦੈਟਸ ਦੀ ਅਦਰ ਸਾਈਡ ਆਫ ਇਟ। ਯੈਸ, ਤੇ ਇਹਦੀ ਇੱਕ ਹੋਰ ਸਾਈਡ ਇਹ ਹੈ ਕਿ ਜੇ $400 ਮਿਲੀਅਨ ਬਚਾ ਕੇ ਇਹ ਜਿਹੜਾ ਰਿਬੇਟ ਹੈ ਇਹ ਡਰਾਈਵਰਸ ਤੱਕ ਪਾਸ ਔਨ ਕੀਤਾ ਜਾ ਸਕਦਾ। ਸੋ ਜਿਹੜੀ ਟਾਸਕ ਫੋਰਸ ਬਣਾਈ ਜਾਣੀ ਹੈ ਵਿਜੇ, ਉਹਨਾਂ ਨੇ ਪ੍ਰਮੁੱਖ ਤੌਰ ਤੇ 3 ਚੀਜ਼ਾਂ ਤੇ ਹੀ ਗੌਰ ਕਰਨਾ ਕਿ ਕਿਹੜੇ ਤਰ੍ਹਾਂ ਦੇ ਜਿਹੜੇ ਇੰਸ਼ੋਰੈਂਸ ਹੈਗੇ ਆ ਪ੍ਰੋਡਕਟਸ ਉਹ ਆਨਲਾਈਨ ਹੋ ਸਕਦੇ ਨੇ। ਜੇ ਪੂਰੀ ਪ੍ਰਣਾਲੀ ਆਨਲਾਈਨ ਕੀਤੀ ਜਾਂਦੀ ਹੈ ਤਾਂ ਕਿੰਨੀ ਸੇਵਿੰਗ ਹੋਏਗੀ ਜੀ। ਤੇ ਤੀਸਰੀ ਗੱਲ ਇਹ, ਉਹ ਕੰਸਲਟੇਸ਼ਨਸ ਕਰਨਗੇ ਸਟੇਕ ਹੋਲਡਰਸ ਦੇ ਨਾਲ, ਪੁਲਿਸ ਦੇ ਨਾਲ, ਬ੍ਰੋਕਰਸ ਦੇ ਨਾਲ, ਕਿ ਕੀ ਇਹ ਸਿਸਟਮ ਵਰਕਆਊਟ ਕਰ ਸਕਦਾ। ਕਿ ਪੁਲਿਸ, ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਹੀ ਹੈ, ਕਿ ਕੀ ਪੁਲਿਸ ਵਿਦਆਊਟ ਦ ਡੈਕਲਸ ਆਪਣਾ ਕੰਮ ਕਰ ਸਕੇਗੀ? ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇੰਸ਼ੋਰੈਂਸ ਐਕਸਪਾਇਰ ਹੋ ਗਈ ਹੈ? ਕੀ ਉਹਨਾਂ ਦੇ ਕੋਲ ਵੀ ਕੋਈ ਆਨਲਾਈਨ ਟੂਲ ਹੋਏਗਾ
ਕਿ ਉਹ ਆਨਲਾਈਨ ਆਪਣੇ ਟੈਬਲੇਟ ਤੇ ਜਾਂ ਕਿਸੇ ਸਿਸਟਮ ਤੇ ਚੈੱਕ ਕਰ ਸਕਣ ਕਿ ਇੰਸ਼ੋਰੈਂਸ ਖਤਮ ਹੋ ਗਈ ਜਿਹੜੀ ਸਾਹਮਣੇ ਕਾਰ ਜਾ ਰਹੀ ਹੈ ਜੀ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਟਾਸਕ ਫੋਰਸ ਵੱਲੋਂ ਨਿਰਧਾਰਿਤ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ ਇੱਥੇ ਜਿਹੜਾ ਫਾਈਨਲ ਜਿਹੜਾ ਫੈਸਲਾ ਹੈ ਉਹ ਲਿਆ ਜਾਏਗਾ। ਮੈਂ ਤੇ ਇੱਕ ਗੱਲ ਇਹ ਜ਼ਰੂਰ ਕਰਨੀ ਚਾਹੂੰਗਾ ਵਾਸੂ ਕਿ ਜਦੋਂ ਵੀ ਕਦੀ ਗੱਲ ਚੱਲਦੀ ਹੈ ਨਾ ਕਿ ਫਲਾਨਾ ਕੰਮ ਆਨਲਾਈਨ ਮੂਵ ਹੋ ਜਾਣਾ, ਅਸੀਂ ਸਮੇਂ-ਸਮੇਂ ਸਿਰ ਵੇਖਿਆ ਕਿ ਬਹੁਤ ਸਾਰੀਆਂ ਇੰਡਸਟਰੀਜ਼ ਨੇ ਇਹ ਜਿਹੜਾ ਡਰ ਤੇ ਭੈ ਹੈ ਉਹਦਾ ਸਾਹਮਣਾ ਕੀਤਾ ਤੇ ਇੰਡਸਟਰੀਜ਼ ਨੂੰ ਕਈਆਂ ਨੂੰ ਬਹੁਤ ਫਰਕ ਪਿਆ, ਪਰ ਬਹੁਤ ਸਾਰੀਆਂ ਇੰਡਸਟਰੀਜ਼ ਦੀਆਂ ਮਿਸਾਲਾਂ ਸਾਡੇ ਸਾਹਮਣੇ ਅੱਜ ਵੀ ਨੇ ਜਿਹੜੀਆਂ ਉਸ ਹੱਦ ਤੱਕ ਪ੍ਰਭਾਵਿਤ ਨਹੀਂ ਹੋਈਆਂ। ਫੋਰ ਐਗਜ਼ਾਮਪਲ, ਜਦੋਂ ਬੈਂਕਾਂ ਦੇ ਵਿੱਚ ATM ਲੱਗਣ ਲੱਗੇ ਸੀ, ਉਹ ਕਹਿੰਦੇ ਟੈਲਰ ਤਾਂ ਖਤਮ ਆ, ਹੁਣ ਟੈਲਰ ਦਾ ਕੰਮ ਨਹੀਂ ਰਹਿਣਾ, ਬੰਦਾ ਤੁਹਾਡੇ ਕੋਲ ਕੀ ਚੈੱਕ ਜਮ੍ਹਾਂ ਕਰਾਉਣ ਆਉਂਦਾ ਜਾਂ ਪੈਸੇ ਲੈਣ ਆਉਂਦਾ, ਉਹ ਤਾਂ ਮਸ਼ੀਨ ਨੇ ਕਰ ਦੇਣਾ। ਟੈਲਰਸ ਅਜੇ ਵੀ ਬੈਂਕਸ ਦੇ ਵਿੱਚ ਹੈਗੇ ਨੇ। ਜਦੋਂ ਟਿਕਟਾਂ, ਹਵਾਈ ਟਿਕਟਾਂ ਬਿਲਕੁਲ ਸਹੀ ਆਨਲਾਈਨ ਬੁੱਕ ਹੋਣ ਲੱਗੀਆਂ, ਉਦੋਂ ਲੱਗਿਆ ਹੁਣ ਟਰੈਵਲ ਏਜੰਟਸ ਦੀ ਤਾਂ ਵੈਲਿਊ ਰਹਿਣੀ ਨਹੀਂ, ਪਰ ਸਾਨੂੰ ਪਤਾ ਹੈ ਵੀ ਟਰੈਵਲ ਏਜੰਟਸ ਤੇ ਹੁਣ ਹੋਰ ਜ਼ਿਆਦਾ ਵੈਲਿਊਏਬਲ ਨੇ ਜਦੋਂ ਲੋਕਾਂ ਨੇ ਟਿਕਟਾਂ ਜਾਂ ਕੋਈ ਪੈਕੇਜਸ ਬੁੱਕ ਕਰਵਾਉਣੇ ਹੋਣ। ਸੋ ਆਈ ਥਿੰਕ ਇਸ ਸਿਚੁਏਸ਼ਨ ਦੇ ਵਿੱਚ ਵੀ ਜਿਹੜੇ ਵਿਅਕਤੀਆਂ ਨੂੰ ਜ਼ਰੂਰਤ ਹੋਏਗੀ, ਕਈਆਂ ਦੇ ਸਵਾਲ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਸਿੱਧੇ ਪੱਧਰੇ ਤਰੀਕੇ ਨਾਲ ਇੰਸ਼ੋਰੈਂਸ ਨਹੀਂ ਰਿਨਿਊ ਕਰਵਾਉਣੀ, ਉਹਦੇ ਵਿੱਚ ਹੋਰ ਉਹਦੀ ਨਜ਼ਰਸਾਨੀ ਕਰਕੇ ਉਹ 'ਚ ਕੁਝ ਚੇਂਜਸ ਵੀ ਕਰਨੀਆਂ ਨੇ। ਉਹ ਜਿਹੜਾ ਪ੍ਰੋਫੈਸ਼ਨਲ ਇਨਪੁਟ ਆ ਉਹਦੀ ਵੈਲਿਊ ਤੇ ਹਮੇਸ਼ਾ ਰਹਿਣੀ ਆ, ਪਰ ਉਹਦਾ ਹੁਣ ਕੀ ਹਿਸਾਬ ਕਿਤਾਬ ਹੁੰਦਾ ਤੇ ਇਹਦੇ ਵਿੱਚ ਕੀ ਚੇਂਜਸ ਆਉਂਦੀਆਂ ਨੇ, ਪਹਿਲੂ ਕਈ ਨੇ। ਜਿਵੇਂ ਤੁਸੀਂ ਕਿਹਾ ਕਿ ਜੇ ਆਲਮੋਸਟ $500 ਮਿਲੀਅਨ ਜੇ ਉਹ ਬਚਦਾ ਤੇ ਉਹ ਜੇ ਸਿੱਧਾ ਡਰਾਈਵਰਸ ਨੂੰ ਐਜ਼ ਰੀਬੇਟ ਚਲਾ ਜਾਂਦਾ ਤਾਂ ਫਿਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਧੀਆ ਸੁਜੈਸ਼ਨ ਲੱਗਦਾ। ਬਿਲਕੁਲ। ਸੋ ਲੈਟਸ ਸੀ, ਇਹ ਇੰਨਾ ਸੌਖਾ ਕੰਮ ਨਹੀਂ ਰਹਿਣਾ ਟਾਸਕ ਫੋਰਸ ਵਾਸਤੇ।